ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬਰਨਵੀ ਦੇ ਵਿੱਚ ਕਤਲ ਕੀਤੇ ਨੌਜਵਾਨ ਦੀ ਹੋਈ ਪਹਿਚਾਣ। ਕਤਲ ਹੋਣ ਵਾਲਾ ਨੌਜਵਾਨ ਨਿਕਲਿਆ ਪੰਜਾਬੀ। ਗਰਮੀਆਂ ਦੇ ਵਿੱਚ ਲੋਕ ਕਰ ਸਕਣਗੇ ਇਕੱਠ, ਜਲਦ ਹੀ ਦਿੱਤੀ ਜਾਵੇਗੀ ਪਾਬੰਦੀਆਂ ਦੇ ਵਿੱਚ ਢਿੱਲ। ਐਲਬਰਟਾ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ, ਇੱਕ ਪੰਜਾਬੀ ਵੀ ਹੋਇਆ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ। BC ਤੋਂ ਸਾਹਮਣੇ ਆਇਆ ਇੱਕ ਹੋਰ ਬਲੱਡ ਕਲੌਟ ਦਾ ਮਾਮਲਾ, 40 ਸਾਲ ਦੇ ਵਿਅਕਤੀ ਦੇ ਬਣੇ ਬਲੱਡ ਕਲੌਟ। BC ਨੇ ਭਾਰਤ ਦੇ ਲਈ ਵੱਡੀ ਮਦਦ ਦਾ ਕੀਤਾ ਐਲਾਨ, $5 ਲੱਖ ਦਾਨ ਦੇਣ ਦਾ ਕੀਤਾ ਐਲਾਨ। ਬਰਨਵੀ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲੀਆਂ, ਜਿਸ ਦੇ ਵਿੱਚ 2 ਜਾਣੇ ਜ਼ਖਮੀ ਹੋਏ ਅਤੇ ਇੱਕ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮਾਮਲੇ ਦੇ ਵਿੱਚ ਜਾਣੀ ਕਿ ਗੋਲੀਬਾਰੀ ਵਿੱਚ ਮਰਨ ਵਾਲੇ ਦੀ ਪਹਿਚਾਣ ਪੰਜਾਬੀ ਦੇ ਤੌਰ ਦੇ ਉੱਪਰ ਹੋਈ ਹੈ, ਜਿਸ ਦਾ ਨਾਮ ਜਸਕੀਰਤ ਸਿੰਘ ਦੱਸਿਆ ਗਿਆ ਤੇ ਇਸ ਦੀ ਉਮਰ 23 ਸਾਲ ਦੇ ਕਰੀਬ ਦੱਸੀ ਗਈ ਹੈ। ਬਾਕੀ ਸਾਰੀ ਜਾਣਕਾਰੀ ਇਸ ਦੇ ਨਾਲ ਸੰਬੰਧਿਤ ਤੇ ਇਸ ਮਾਮਲੇ ਦੇ ਨਾਲ ਸੰਬੰਧਿਤ ਦੱਸਾਂਗੇ ਇਸ ਖਬਰ ਦੇ ਵਿੱਚ। ਬਰਨਵੀ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਜਾਣੇ ਜ਼ਖਮੀ ਹੋਏ ਹਨ। ਇਹ ਮਾਮਲਾ 13 ਮਈ ਸ਼ਾਮੀ 8:30 ਵਜੇ ਦੇ ਕਰੀਬ ਸਾਹਮਣੇ ਆਇਆ ਸੀ। ਇਸ ਦੇ ਵਿੱਚ ਮਰਨ ਵਾਲੇ ਦੀ ਪਹਿਚਾਣ ਦੱਸੀ ਗਈ। ਇਸ ਨੌਜਵਾਨ ਦੀ ਪਹਿਚਾਣ ਜਸਕੀਰਤ ਸਿੰਘ ਕਾਲਕਟ ਦੇ ਤੌਰ ਦੇ ਉੱਪਰ ਕੀਤੀ ਗਈ, ਜਿਸ ਦੀ ਉਮਰ 23 ਸਾਲ ਦੱਸੀ ਗਈ ਹੈ। ਇਸ ਘਟਨਾ ਦੇ ਵਿੱਚ ਜਿਹੜੇ 2 ਜਾਣੇ ਜ਼ਖਮੀ ਹੋਏ ਹਨ, ਉਹਨਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਲੋਅਰ ਮੇਨਲੈਂਡ ਦੇ ਵਿੱਚ ਬੀਤੇ ਕੁਝ ਹਫ਼ਤਿਆਂ ਤੋਂ ਗੈਂਗ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੱਲ ਸ਼ਾਮ ਵੀ ਬਰਨਵੀ ਦੇ ਇੱਕ ਸ਼ਾਪਿੰਗ ਮਾਲ ਦੇ ਵਿੱਚ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ। ਇਸ ਘਟਨਾ ਦੇ ਵਿੱਚ ਜਸਕੀਰਤ ਸਿੰਘ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇੱਕ ਆਦਮੀ ਅਤੇ ਔਰਤ ਵੀ ਇਸ ਦੌਰਾਨ ਜ਼ਖਮੀ ਪਾਏ ਗਏ। ਜਾਣਕਾਰੀ ਦੇ ਲਈ ਦੱਸ ਦਈਏ ਕਿ ਜਸਕੀਰਤ ਅਤੇ ਉਸ ਦਾ ਭਰਾ ਗੈਰੀ ਕਾਲਕਟ ਦੋਵੇਂ ਬ੍ਰਦਰ ਕੀਪਰਸ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਜਸਕੀਰਤ ਕਈ ਮਾਮਲਿਆਂ ਦੇ ਵਿੱਚ ਪਹਿਲਾਂ ਵੀ ਚਾਰਜ ਕੀਤਾ ਜਾ ਚੁੱਕਾ ਹੈ। ਜਸਕੀਰਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਰਾਏ ਦੇ ਨਾਲ ਸੰਬੰਧ ਰੱਖਦਾ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਵੈਨਕੂਵਰ ਹਵਾਈ ਅੱਡੇ ਦੇ ਉੱਪਰ ਜੋ ਵਾਰਦਾਤ ਸਾਹਮਣੇ ਆਈ ਸੀ, ਜਿਸ ਦੇ ਵਿੱਚ ਕਰਮਨ ਗਰੇਵਾਲ ਦੀ ਮੌਤ ਹੋਈ ਸੀ, ਇਸ ਘਟਨਾ ਨੂੰ ਉਸ ਦੇ ਬਦਲੇ ਦੇ ਤੌਰ ਦੇ ਉੱਪਰ ਵੀ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਕੱਲ ਸਾਊਥ ਸਰੀ ਦੇ ਵਿੱਚ ਪੁਲਿਸ ਨੂੰ ਇੱਕ ਸੜਿਆ ਹੋਇਆ ਵਾਹਨ ਵੀ ਮਿਲਿਆ, ਜਿਸ ਦੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਕਿ ਇਹ ਵੀ ਵਾਹਨ ਇਸ ਘਟਨਾ ਦੇ ਨਾਲ ਹੀ ਸੰਬੰਧਿਤ ਹੋਵੇ, ਜੋ ਕਿ ਬਰਨਵੀ ਤੋਂ ਸਾਹਮਣੇ ਆਈ ਹੈ। ਪੁਲਿਸ ਨੂੰ 18 ਐਵੀਨਿਊ ਦੇ 18500 ਬਲਾਕ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਉੱਥੇ ਇੱਕ ਸੜਿਆ ਹੋਇਆ ਵਾਹਨ ਪਿਆ ਹੈ। ਇਸ ਸੜੇ ਹੋਏ ਵਾਹਨ ਦੀ ਜਾਣਕਾਰੀ ਪੁਲਿਸ ਨੂੰ ਬਰਨਵੀ ਦੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ 30 ਮਿੰਟ ਦੇ ਆਸ-ਪਾਸ ਮਿਲੀ ਹੈ। ਇਸ ਦੌਰਾਨ ਚਸ਼ਮਦੀਦ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਵਾਹਨ ਨੂੰ ਹਿਡਨ ਡਰਾਈਵੇ ਦੇ ਵਿੱਚ ਪਾਰਕ ਕੀਤਾ ਗਿਆ ਸੀ। ਹੁਣ RCMP ਵੱਲੋਂ ਇਸ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਬਰਨਵੀ ਦੇ ਵਿੱਚ ਜੋ ਗੋਲੀਬਾਰੀ ਦੀ ਘਟਨਾ ਹੋਈ ਹੈ, ਇਸ ਵਾਹਨ ਦਾ ਉਸ ਦੇ ਨਾਲ ਸੰਬੰਧ ਹੈ ਜਾਂ ਫਿਰ ਨਹੀਂ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਜਲਦ ਹੀ ਕੈਨੇਡਾ ਵਾਸੀ ਇਕੱਠ ਕਰ ਸਕਣਗੇ। ਜਿਵੇਂ ਹੀ ਕੈਨੇਡਾ ਦੇ ਵਿੱਚ 75% ਦੀ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਸ਼ਾਟ ਲੱਗ ਜਾਵੇਗੀ ਅਤੇ 20% ਦੀ ਕਰੀਬ ਲੋਕਾਂ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲੱਗ ਜਾਣਗੇ, ਤਾਂ ਜਿਹੜੀਆਂ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਪਾਬੰਦੀਆਂ ਲਗਾਈਆਂ ਗਈਆਂ, ਉਸ ਦੇ ਵਿੱਚ ਰਾਹਤ ਦਿੱਤੀ ਜਾਵੇਗੀ। ਡਾਕਟਰ ਟੀਮ ਵੱਲੋਂ ਵੀ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਦੋਂ ਕੈਨੇਡਾ ਦੇ ਵਿੱਚੋਂ ਇੰਡੋਰ ਕੋਵਿਡ-19 ਰੈਸਟ੍ਰਿਕਸ਼ਨਸ ਨੂੰ ਹਟਾਇਆ ਜਾਵੇਗਾ ਜਾਂ ਫਿਰ ਇਹਨਾਂ ਦੇ ਵਿੱਚ ਰਾਹਤ ਪ੍ਰਦਾਨ ਕੀਤੀ ਜਾਵੇਗੀ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਸਪ੍ਰਿੰਗ, ਸਮਰ ਅਤੇ ਫਾਲ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਫੈਡਰਲ ਹੈਲਥ ਮਿਨਿਸਟਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਦੌਰਾਨ ਇੱਕ ਰੋਡ ਮੈਪ ਜਾਰੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪ੍ਰੋਵਿੰਸਸ ਅਤੇ ਟੈਰੀਟਰੀਜ਼ ਵੱਲੋਂ ਇਹ ਫੈਸਲਾ ਲਿਆ ਜਾਵੇਗਾ ਕਿ ਅਗਲਾ ਸਟੈਪ ਜਾਣੀ ਕਿ ਕਦਮ ਕੀ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਪਾਬੰਦੀਆਂ ਨੂੰ ਹਟਾਉਣਾ ਹੈ ਤਾਂ ਇਸ ਦੇ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਵਾਉਣੀ ਹੋਵੇਗੀ। ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਕੋਵਿਡ-19 ਦੇ ਮਾਮਲੇ ਕਾਫੀ ਜ਼ਿਆਦਾ ਹਨ। ਇਸ ਦੇ ਨਾਲ ਹੀ ਵੈਕਸੀਨੇਸ਼ਨ ਵੀ ਕਾਫੀ ਘੱਟ ਹੈ, ਜਿਸ ਤੋਂ ਬਾਅਦ ਅਪੀਲ ਕੀਤੀ ਜਾ ਰਹੀ ਹੈ ਕਿ ਸਪ੍ਰਿੰਗ ਦੇ ਵਿੱਚ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਉਹਨਾਂ ਦਾ ਪਾਲਣ ਕੀਤਾ ਜਾਵੇ, ਜਾਣੀ ਕਿ ਸਟੇ ਐਟ ਹੋਮ ਨੂੰ ਜਾਰੀ ਰੱਖਿਆ ਜਾਵੇ।
ਗਰਮੀਆਂ ਦੇ ਵਿੱਚ ਜਦੋਂ ਜ਼ਿਆਦਾਤਰ ਲੋਕਾਂ ਨੂੰ ਕੋਵਿਡ-19 ਵੈਕਸੀਨ ਲੱਗ ਜਾਵੇਗੀ, ਉਦੋਂ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾ ਸਕਦੀ ਹੈ। ਜਿਸ ਦਾ ਮਤਲਬ ਹੈ ਕਿ ਕੈਨੇਡਾ ਦੇ ਵਿੱਚ 75% ਲੋਕਾਂ ਨੂੰ ਜਦੋਂ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲੱਗ ਜਾਵੇਗਾ ਅਤੇ 20% ਨੂੰ ਦੂਸਰਾ ਸ਼ਾਟ ਵੀ ਲੱਗ ਜਾਵੇਗਾ ਤੇ ਉਦੋਂ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਡਾਕਟਰ ਥੇਰੇਸਾ ਟੀਮ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ 50% ਲੋਕਾਂ ਨੂੰ ਕੋਵਿਡ-19 ਦਾ ਘੱਟੋ-ਘੱਟ ਇੱਕ ਸ਼ਾਟ ਲੱਗ ਚੁੱਕਿਆ ਹੈ। ਮਈ ਮਹੀਨੇ ਕੈਨੇਡਾ ਨੂੰ ਕੋਵਿਡ-19 ਵੈਕਸੀਨ ਦੀ ਵੱਧ ਸਪਲਾਈ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਅਗਲੇ ਹਫ਼ਤੇ ਕੈਨੇਡਾ ਨੂੰ ਫਾਈਜ਼ਰ ਅਤੇ ਮੋਡਰਨਾ ਦੇ 4.5 ਮਿਲੀਅਨ ਡੋਜ਼ ਮਿਲਣ ਵਾਲੇ ਹਨ। ਇਸ ਸਭ ਤੋਂ ਬਾਅਦ ਥੇਰੇਸਾ ਟੀਮ ਦਾ ਕਹਿਣਾ ਹੈ ਕਿ ਕੈਨੇਡਾ ਵਾਲੇ ਆਊਟਡੋਰ ਸਮਰ ਦੀ ਉਮੀਦ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਜਦੋਂ ਕੈਨੇਡਾ ਦੀ ਆਬਾਦੀ ਦੇ ਵਿੱਚੋਂ 75% ਲੋਕਾਂ ਨੂੰ ਕੋਵਿਡ-19 ਵੈਕਸੀਨ ਦਾ ਘੱਟੋ-ਘੱਟ ਇੱਕ ਡੋਜ਼ ਲੱਗ ਜਾਵੇਗਾ ਤਾਂ ਕਈ ਤਰ੍ਹਾਂ ਦੀ ਰਾਹਤ ਪ੍ਰਦਾਨ ਕੀਤੀ ਜਾ ਸਕਦੀ ਹੈ, ਜਾਣੀ ਕਿ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਕੈਨੇਡਾ ਦੇ ਐਲਬਰਟਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਜਿਨ੍ਹਾਂ ਕੋਲੋਂ ਇਹ ਨਸ਼ਾ ਬਰਾਮਦ ਕੀਤਾ ਗਿਆ ਉਹਨਾਂ ਦੇ ਵਿੱਚ ਇੱਕ ਪੰਜਾਬੀ ਵੀ ਸ਼ਾਮਲ ਸੀ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਵਿੱਚ ਇੱਕ ਪੰਜਾਬੀ ਵੀ ਪਾਇਆ ਗਿਆ। ਇਹਨਾਂ ਸਾਰਿਆਂ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ ਤੇ ਦੱਸਿਆ ਗਿਆ ਹੈ ਕਿ ਇਹਨਾਂ ਕੋਲੋਂ ਕਿੰਨੀ ਮਾਤਰਾ ਦੇ ਵਿੱਚ ਕਿੰਨੀ ਕੀਮਤ ਦਾ ਨਸ਼ਾ ਬਰਾਮਦ ਕੀਤਾ ਗਿਆ। ਮਾਮਲਾ ਐਲਬਰਟਾ ਤੋਂ ਸਾਹਮਣੇ ਆਇਆ ਜਿੱਥੇ ਨਸ਼ੇ ਦੇ ਮਾਮਲੇ ਦੇ ਵਿੱਚ ਪੰਜਾਬੀਆਂ ਸਣੇ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧੀ ਦਾ ਐਲਬਰਟਾ ਲਾਅ ਇਨਫੋਰਸਮੈਂਟ ਰਿਸਪੌਂਸ ਟੀਮ ਵੱਲੋਂ ਕਾਰਵਾਈ ਕੀਤੀ ਗਈ ਜਿੱਥੇ ਉਹਨਾਂ ਨੇ 3 ਲੋਕਾਂ ਨੂੰ $30 ਲੱਖ ਦੇ ਨਸ਼ੇ ਅਤੇ ਨਕਦੀ ਦੇ ਨਾਲ ਗ੍ਰਿਫਤਾਰ ਕੀਤਾ ਹੈ। ਇਹਨਾਂ 3 ਲੋਕਾਂ ਦੇ ਵਿੱਚ ਇੱਕ ਪੰਜਾਬੀ ਦੱਸਿਆ ਗਿਆ ਜਿਸ ਦਾ ਨਾਮ ਹਰਮਨਦੀਪ ਟਿਵਾਣਾ ਹੈ। ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਸਾਥੀ ਐਸ਼ਲੇ ਸਟੈਨਵੇ ਅਤੇ ਰਿਆਨ ਬਲੈਕਮੋਰ ਸ਼ਾਮਲ ਹਨ। ਇਹਨਾਂ 3 ਜਾਣਿਆਂ ਦੇ ਕੋਲੋਂ $30 ਲੱਖ ਦਾ ਨਸ਼ਾ ਜਾਣੀ ਕਿ ਡਰੱਗਸ ਬਰਾਮਦ ਕੀਤੇ ਗਏ ਹਨ। ਇਸ ਦੇ ਵਿੱਚ 113.4 GHB, 22.3 ਕਿਲੋਗ੍ਰਾਮ ਮਿਥੇਮਫੈਟਾਮਾਈਨ, 18,000 ਫੈਂਟਾਨਿਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਨਾਲ ਹੀ 1.5 ਕਿਲੋਗ੍ਰਾਮ ਫੈਂਟਾਨਿਲ, 4.1 ਕਿਲੋਗ੍ਰਾਮ ਕੋਕੇਨ ਵੀ ਫੜੀ ਗਈ ਹੈ। ਇਸ ਸਭ ਦੀ ਕੀਮਤ $30 ਲੱਖ ਦੱਸੀ ਗਈ। ਇਸ ਤੋਂ ਇਲਾਵਾ 3 ਜਾਣਿਆਂ ਦੇ ਕੋਲੋਂ $3,86,220 ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਐਲਬਰਟਾ ਦੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਡਰੱਗ ਦੀ ਬਰਾਮਦਗੀ ਹੈ। ਪੁਲਿਸ ਵੱਲੋਂ ਇਸ ਦੀ ਜਾਂਚ ਦੇ ਵਿੱਚ ਹੋਰ ਵੱਡੇ ਖੁਲਾਸੇ ਕੀਤੇ ਜਾਣੇ ਬਾਕੀ ਹਨ ਕਿਉਂਕਿ ਉਹਨਾਂ ਵੱਲੋਂ ਇਸ ਸੰਬੰਧੀ ਫਿਲਹਾਲ ਪੜਤਾਲ ਕੀਤੀ ਜਾ ਰਹੀ ਹੈ। ਐਸਟ੍ਰਾਜੇਨੇਕਾ ਟੀਕੇ ਦੇ ਨਾਲ ਬਲੱਡ ਕਲੌਟ ਦਾ ਵਿਵਾਦ ਜੁੜਿਆ ਹੋਇਆ ਹੈ। ਕੈਨੇਡਾ ਦੇ ਕਈ ਸੂਬਿਆਂ ਵੱਲੋਂ ਐਲਾਨ ਕੀਤਾ ਗਿਆ ਕਿ ਸਪਲਾਈ ਅਤੇ ਬਲੱਡ ਕਲੌਟ ਦੇ ਕਾਰਨ ਐਸਟ੍ਰਾਜੇਨੇਕਾ ਟੀਕਾ ਲਗਾਉਣਾ ਬੰਦ ਕੀਤਾ ਜਾਵੇਗਾ। ਦੂਜੇ ਪਾਸੇ ਆਫੀਸਰਸ ਦੇ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਜਿੱਥੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਦੇ ਕੋਲ ਇੰਨੇ ਟੀਕੇ ਹਨ ਕਿ ਐਸਟ੍ਰਾਜੇਨੇਕਾ ਦਾ ਦੂਸਰਾ ਸ਼ਾਟ ਵੀ ਉਹਨਾਂ ਲੋਕਾਂ ਨੂੰ ਲਗਾਇਆ ਜਾ ਸਕੇ ਜਿਨ੍ਹਾਂ ਵੱਲੋਂ ਇਸ ਟੀਕੇ ਦਾ ਪਹਿਲਾ ਡੋਜ਼ ਲਿਆ ਗਿਆ ਹੈ। ਮਾਮਲਾ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਇਆ ਜਿੱਥੇ ਐਸਟ੍ਰਾਜੇਨੇਕਾ ਟੀਕਾ ਲਗਵਾਉਣ ਤੋਂ ਬਾਅਦ ਦੂਸਰਾ ਵਿਅਕਤੀ ਅਜਿਹਾ ਸਾਹਮਣੇ ਆਇਆ ਜਿਸ ਨੂੰ ਬਲੱਡ ਕਲੌਟ ਬਣੇ ਨੇ। ਇਸ ਵਿਅਕਤੀ ਦੀ ਉਮਰ 40 ਸਾਲ ਦੇ ਕਰੀਬ ਦੱਸੀ ਗਈ ਹੈ ਜੋ ਕਿ ਇਸ ਸਮੇਂ ਫਰੇਜ਼ਰ ਹੈਲਥ ਦੇ ਹਸਪਤਾਲ ਦੇ ਵਿੱਚ ਹੈ। ਇਸ ਦੀ ਜਾਣਕਾਰੀ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੋਨੀ ਹੈਨਰੀ ਵੱਲੋਂ ਸਾਂਝੀ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਤੋਂ ਅਜਿਹਾ ਪਹਿਲਾਂ ਵੀ ਮਾਮਲਾ ਸਾਹਮਣੇ ਆ ਚੁੱਕਿਆ ਸੀ। ਇਹ ਮਾਮਲਾ ਇਸੇ ਸਾਲ ਦੀ ਸ਼ੁਰੂਆਤ ਦੇ ਵਿੱਚ ਆਇਆ ਸੀ ਜਿੱਥੇ ਇੱਕ 40 ਸਾਲ ਦੇ ਕਰੀਬ ਔਰਤ ਦੇ ਬਲੱਡ ਕਲੌਟ ਬਣੇ ਸਨ। ਇਸ ਸਮੇਂ ਇਸ ਔਰਤ ਦੀ ਹਾਲਤ ਸਥਿਰ ਹੈ ਅਤੇ ਉਸ ਵੱਲੋਂ ਵੈਨਕੂਵਰ ਕੋਸਟਲ ਹੈਲਥ ਰੀਜਨ ਦੇ ਵਿੱਚ ਆਪਣਾ ਇਲਾਜ ਕਰਵਾਇਆ ਜਾ ਰਿਹਾ ਹੈ। ਡਾਕਟਰ ਹੈਨਰੀ ਨੇ ਕਿਹਾ ਕਿ ਇਹ ਕਾਫੀ ਰੇਅਰ ਹੈ ਪਰ VITT ਐਸਟ੍ਰਾਜੇਨੇਕਾ ਟੀਕੇ ਦੇ ਨਾਲ ਹੀ ਸੰਬੰਧਿਤ ਹਨ। ਪ੍ਰੋਵਿੰਸ ਦੇ ਵਿੱਚ 2 ਲੱਖ ਤੋਂ ਵੱਧ ਐਸਟ੍ਰਾਜੇਨੇਕਾ ਟੀਕੇ ਦੀਆਂ ਡੋਜ਼ਸ ਲਗਾਈਆਂ ਜਾ ਚੁੱਕੀਆਂ ਨੇ। ਇਸ ਦੀ ਪੁਸ਼ਟੀ ਵੀ ਡਾਕਟਰ ਹੈਨਰੀ ਵੱਲੋਂ ਕੀਤੀ ਗਈ। ਹੈਨਰੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਜਿਹੜੇ ਐਸਟ੍ਰਾਜੇਨੇਕਾ ਟੀਕਾ ਲਗਵਾਉਂਦੇ ਨੇ ਉਸ ਦੇ 4 ਦਿਨ ਜਾਂ ਫਿਰ 28 ਦਿਨਾਂ ਦੇ ਬਾਅਦ ਅਜਿਹੇ ਮਾਮਲੇ ਜਾਣੀ ਕਿ ਅਜਿਹੇ ਇਫੈਕਟ ਸਾਹਮਣੇ ਆਉਂਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਟੀਕਾ ਲਗਵਾਉਣ ਤੋਂ ਬਾਅਦ ਕਿਸੇ ਨੂੰ ਆਪਣੀ ਸਿਹਤ ਵਿਗੜਦੀ ਹੋਈ ਦਿਖਾਈ ਦਿੰਦੀ ਹੈ ਤਾਂ ਉਸ ਨੂੰ 811 ਦੇ ਉੱਪਰ ਕਾਲ ਕਰਨੀ ਹੋਵੇਗੀ ਜਿਸ ਤੋਂ ਬਾਅਦ ਉਹ ਡਾਕਟਰ ਦੇ ਨਾਲ ਗੱਲ ਕਰ ਸਕੇਗਾ। ਉਹਨਾਂ ਦੱਸਿਆ ਕਿ ਜੇਕਰ ਤੁਹਾਨੂੰ ਸਿਰ ਦਰਦ ਜਾਂ ਫਿਰ ਦੇਖਣ ਦੇ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ,
ਦਰਦ ਹੁੰਦੀ ਹੈ, ਤੁਹਾਡੀ ਛਾਤੀ ਦੇ ਵਿੱਚ ਦਰਦ ਹੁੰਦਾ ਹੈ, ਉਲਟੀਆਂ ਆਉਂਦੀਆਂ ਨੇ, ਪਿੱਠ ਦਰਦ ਕਰਦੀ ਹੈ, ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਹੈ ਤਾਂ ਇਹ VITT ਦੇ ਸਿੰਪਟਮਸ ਹਨ। ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਜੋ ਹਾਲਾਤ ਨੇ ਉਸ ਨੂੰ ਦੇਖਦਿਆਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਵੱਡੀ ਮਦਦ ਦਾ ਐਲਾਨ ਹੋਇਆ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਐਲਾਨ ਕੀਤਾ ਗਿਆ ਕਿ ਭਾਰਤ ਨੂੰ $5 ਲੱਖ ਦੀ ਮਦਦ ਭੇਜੀ ਜਾਵੇਗੀ। ਇਸ ਤੋਂ ਪਹਿਲਾਂ ਫੈਡਰਲ ਸਰਕਾਰ ਨੇ ਵੀ $10 ਮਿਲੀਅਨ ਦਾ ਭਾਰਤ ਦੇ ਵਾਸਤੇ ਐਲਾਨ ਕੀਤਾ ਸੀ। ਜੋ ਸ਼ਿਪਮੈਂਟ ਮਦਦ ਦੀ ਕੈਨੇਡਾ ਵੱਲੋਂ ਭਾਰਤ ਨੂੰ ਭੇਜੀ ਗਈ ਹੈ ਉਸ ਦੀ ਦੂਸਰੀ ਖੇਪ ਵੀ ਕੱਲ ਭਾਰਤ ਪਹੁੰਚ ਚੁੱਕੀ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਇਹ ਜੋ ਮਦਦ ਭੇਜੀ ਜਾ ਰਹੀ ਹੈ ਇਸ ਦੀ ਸਾਰੀ ਜਾਣਕਾਰੀ ਜੌਨ ਹੌਰਗਨ ਵੱਲੋਂ ਸਾਂਝੀ ਕੀਤੀ ਗਈ ਹੈ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਵੱਲੋਂ ਭਾਰਤ ਦੇ ਵਿੱਚ ਵਿਗੜਦੇ ਕੋਰੋਨਾ ਵਾਇਰਸ ਦੇ ਹਾਲਾਤਾਂ ਦੇ ਦੌਰਾਨ ਮਦਦ ਭੇਜਣ ਦਾ ਐਲਾਨ ਕੀਤਾ ਗਿਆ ਹੈ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਵੱਲੋਂ ਕੈਨੇਡੀਅਨ ਰੈੱਡ ਕਰਾਸ ਨੂੰ $5 ਲੱਖ ਦੀ ਰਾਸ਼ੀ ਦਿੱਤੀ ਜਾਵੇਗੀ ਜੋ ਕਿ ਅੱਗੇ ਭਾਰਤ ਦੀ ਮਦਦ ਦੇ ਵਾਸਤੇ ਭੇਜੀ ਜਾਵੇਗੀ। ਇਸ ਦੀ ਜਾਣਕਾਰੀ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਕੋਵਿਡ-19 ਪੈਂਡੈਮਿਕ ਦੇ ਭਾਰਤ ਦੇ ਵਿੱਚ ਜੋ ਹਾਲਾਤ ਹਨ ਉਸ ਦਾ ਅਸਰ ਵਿਸ਼ਵ ਭਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਜੋ ਮਦਦ ਭੇਜੀ ਜਾ ਰਹੀ ਹੈ ਉਸ ਦੇ ਨਾਲ ਜ਼ਰੂਰੀ ਮੈਡੀਕਲ ਇਕਵਿਪਮੈਂਟ ਅਤੇ ਟੈਕਨੀਕਲ ਸਪੋਰਟ ਨੂੰ ਹਾਸਲ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਭਾਰਤ ਦੇ ਵਿੱਚ ਮਦਦ ਮਿਲੇਗੀ। ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਦੇ ਪਰਿਵਾਰ ਭਾਰਤ ਦੇ ਵਿੱਚ ਹਨ ਅਸੀਂ ਉਹਨਾਂ ਦੇ ਨਾਲ ਇਸ ਮੁਸ਼ਕਿਲ ਸਮੇਂ ਦੇ ਵਿੱਚ ਖੜੇ ਹਾਂ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਵੀ ਜੌਨ ਹੌਰਗਨ ਵੱਲੋਂ ਅਪੀਲ ਕੀਤੀ ਗਈ ਕਿ ਜੇਕਰ ਕੋਈ ਵੀ ਦਾਨ ਦੇਣਾ ਚਾਹੁੰਦਾ ਹੈ ਤਾਂ ਕਿ ਭਾਰਤ ਨੂੰ ਮਦਦ ਭੇਜੀ ਜਾਵੇ ਤਾਂ ਉਹ 1800-418-1111 ਦੇ ਉੱਪਰ ਕਾਲ ਕਰਕੇ ਜਾਂ ਫਿਰ BC ਦੇ ਲਿਕੁਇਡ ਸਟੋਰਸ ਦੇ ਵਿੱਚ ਮਈ 17 ਤੋਂ ਡੋਨੇਸ਼ਨ ਦੇ ਸਕਦੇ ਹਨ ਜਿਸ ਦੇ ਨਾਲ ਭਾਰਤ ਦੇ ਵਿੱਚ ਮਦਦ ਭੇਜੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫੈਡਰਲ ਸਰਕਾਰ ਵੱਲੋਂ ਵੀ ਭਾਰਤ ਦੀ ਮਦਦ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ $10 ਮਿਲੀਅਨ ਦੀ ਮਦਦ ਭਾਰਤ ਨੂੰ ਭੇਜੀ ਗਈ। ਨਾਲ ਹੀ ਜ਼ਰੂਰੀ ਇਕਵਿਪਮੈਂਟ ਵੀ ਭਾਰਤ ਭੇਜੇ ਗਏ ਜਿਸ ਦੀ ਦੂਸਰੀ ਖੇਪ ਕੱਲ ਭਾਰਤ ਪਹੁੰਚ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਕਈ ਦੇਸ਼ਾਂ ਨੂੰ ਅਪੀਲ ਕੀਤੀ ਗਈ ਹੈ। ਦਰਅਸਲ ਉਹਨਾਂ ਵੱਲੋਂ ਅਮੀਰ ਦੇਸ਼ਾਂ ਨੂੰ ਇਹ ਅਪੀਲ ਕੀਤੀ ਗਈ ਕਿ ਬੱਚਿਆਂ ਨੂੰ ਕੋਵਿਡ-19 ਟੀਕਾ ਲਗਾਉਣ ਦੀ ਬਜਾਏ ਗਰੀਬ ਦੇਸ਼ਾਂ ਨੂੰ ਦਾਨ ਦਿੱਤਾ ਜਾਵੇ ਤਾਂ ਕਿ ਜਿਹੜੇ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਲੋਕ ਨੇ ਉਹਨਾਂ ਨੂੰ ਵੀ ਕੋਰੋਨਾ ਦਾ ਟੀਕਾ ਲਗਾਇਆ ਜਾ ਸਕੇ। ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਟੀਕੇ ਦੇ ਬਾਰੇ ਵਿੱਚ ਅਮੀਰ ਦੇਸ਼ਾਂ ਨੂੰ ਅਪੀਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਕੋਵਿਡ ਦਾ ਟੀਕਾ ਲਗਾਉਣ ਦੀ ਬਜਾਏ ਕੋਵਿਡ-19 ਟੀਕੇ ਦਾਨ ਕੀਤੇ ਜਾਣ। ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਜਿਹੜੇ ਗਰੀਬ ਦੇਸ਼ ਹਨ ਉਹਨਾਂ ਨੂੰ ਇਹ ਟੀਕਾ ਦਿੱਤਾ ਜਾਵੇ। WHO ਨੂੰ ਉਮੀਦ ਹੈ ਕਿ ਫਰਾਂਸ ਅਤੇ ਸਵੀਡਨ ਦੇ ਵਾਂਗ ਬਾਕੀ ਵੀ ਦੇਸ਼ ਅਜਿਹਾ ਕਰਨਗੇ ਜਾਣੀ ਕਿ ਉਹਨਾਂ ਵੱਲੋਂ ਗਰੀਬ ਦੇਸ਼ਾਂ ਦੇ ਨਾਲ ਵੈਕਸੀਨ ਨੂੰ ਸ਼ੇਅਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਬੱਚਿਆਂ ਦੇ ਵਾਸਤੇ ਟੀਕੇ ਨੂੰ ਅਪਰੂਵ ਕੀਤਾ ਜਾ ਚੁੱਕਿਆ ਹੈ। WHO ਆਫੀਸ਼ੀਅਲਸ ਦੇ ਵੱਲੋਂ ਵਾਸ਼ਿੰਗਟਨ ਦੇ ਨਾਲ ਗੱਲ ਕੀਤੀ ਗਈ ਹੈ ਕਿ ਆਪਣੀਆਂ ਡੋਜ਼ਸ ਨੂੰ ਸ਼ੇਅਰ ਕੀਤਾ ਜਾਵੇ ਉਹਨਾਂ ਗਰੀਬ ਦੇਸ਼ਾਂ ਦੇ ਨਾਲ ਜਿੱਥੇ ਇਹ ਟੀਕਾ ਲਗਾਇਆ ਜਾ ਸਕੇ। ਵਿਸ਼ਵ ਸਿਹਤ ਸੰਗਠਨ ਦੇ ਚੀਫ ਵੱਲੋਂ ਕਿਹਾ ਗਿਆ ਕਿ ਮੈਂ ਇਸ ਚੀਜ਼ ਨੂੰ ਸਮਝਦਾ ਹਾਂ ਕਿ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਪਰ ਇਸ ਸਮੇਂ ਇਹ ਟੀਕਾ ਕੋਵਾਵੈਕਸ ਨੂੰ ਡੋਨੇਟ ਕੀਤਾ ਜਾਣੀ ਕਿ ਦਾਨ ਕੀਤਾ ਜਾਣਾ ਜ਼ਰੂਰੀ ਹੈ। ਕੋਵਾਵੈਕਸ ਵੱਲੋਂ ਹੁਣ ਤੱਕ 60 ਮਿਲੀਅਨ ਡੋਜ਼ਸ ਡਿਲੀਵਰ ਕੀਤੀਆਂ ਜਾ ਚੁੱਕੀਆਂ ਹਨ। ਟੀਕੇ ਦੀ ਸਪਲਾਈ ਦੇ ਵਾਸਤੇ ਹੁਣ ਉਹਨਾਂ ਨੂੰ ਥੋੜਾ ਸਟਰਗਲ ਕਰਨਾ ਪੈ ਰਿਹਾ ਹੈ ਕਿਉਂਕਿ ਭਾਰਤ ਵੱਲੋਂ ਐਸਟ੍ਰਾਜੈਨੇਕਾ ਟੀਕੇ ਦੀ ਐਕਸਪੋਰਟ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਨੇ। ਇਸ ਦਾ ਕਾਰਨ ਭਾਰਤ ਦੇ ਵਿੱਚ ਜੋ ਕੋਰੋਨਾ ਵਾਇਰਸ ਦੇ ਹਾਲਾਤ ਨੇ ਉਹ ਦੱਸਿਆ ਗਿਆ। ਉਹਨਾਂ ਨੇ ਭਾਰਤ ਦੇ ਹਾਲਾਤਾਂ ਦੇ ਉੱਪਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪੈਂਡੈਮਿਕ ਦਾ ਦੂਸਰਾ ਸਾਲ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਕੋਰੋਨਾ ਵਾਇਰਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਹੋਰ ਬਲੱਡ ਕਲੌਟ ਦੇ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਜਿਸ ਦੀ ਉਮਰ 40 ਸਾਲ ਦੇ ਕਰੀਬ ਦੱਸੀ ਗਈ ਇਸ ਵੱਲੋਂ ਐਸਟ੍ਰਾਜੈਨੇਕਾ ਦਾ ਟੀਕਾ ਲਗਵਾਇਆ ਗਿਆ ਸੀ ਜਿਸ ਤੋਂ ਬਾਅਦ ਉਸਦੇ ਬਲੱਡ ਕਲੌਟ ਬਣਿਆ। ਇਸ ਤੋਂ ਪਹਿਲਾਂ ਵੀ ਅਜਿਹਾ ਇੱਕ ਮਾਮਲਾ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਇਆ ਸੀ। ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਦੇ ਕੋਲ ਐਸਟ੍ਰਾਜੈਨੇਕਾ ਵੈਕਸੀਨ ਦਾ ਦੂਸਰਾ ਸ਼ਾਟ ਲਗਵਾਉਣ ਦੇ ਵਾਸਤੇ ਇੰਨੀ ਗਿਣਤੀ ਦੇ ਵਿੱਚ ਟੀਕੇ ਹਨ ਕਿ ਦੂਸਰਾ ਸ਼ਾਟ ਲਗਾਇਆ ਜਾ ਸਕੇ। ਇਹ ਜਾਣਕਾਰੀ ਫੈਡਰਲ ਆਫੀਸ਼ੀਅਲਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਸ਼ਾਟ ਲਗਵਾਇਆ ਗਿਆ
ਉਹਨਾਂ ਨੂੰ ਐਸਟ੍ਰਾਜੈਨੇਕਾ ਟੀਕੇ ਦਾ ਹੀ ਦੂਸਰਾ ਸ਼ਾਟ ਲਗਾਇਆ ਜਾ ਸਕੇਗਾ। ਜਾਣਕਾਰੀ ਦੇ ਮੁਤਾਬਕ ਮਈ 17 ਤੋਂ ਲੈ ਕੇ ਮਈ 21 ਦੇ ਵਿਚਕਾਰ ਕੈਨੇਡਾ ਨੂੰ ਐਸਟ੍ਰਾਜੈਨੇਕਾ ਟੀਕੇ ਦੀਆਂ 6,55,200 ਡੋਜ਼ਸ ਮਿਲਣਗੀਆਂ। ਜ਼ਿਕਰਯੋਗ ਹੈ ਕਿ ਓਨਟਾਰੀਓ, ਕਿਬੈਕ, ਬ੍ਰਿਟਿਸ਼ ਕੋਲੰਬੀਆ, ਐਲਬਰਟਾ ਅਤੇ ਨਿਊ ਬਰਨਸਵਿਕ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦੇ ਕੋਲ ਐਸਟ੍ਰਾਜੈਨੇਕਾ ਟੀਕੇ ਦੀ ਸਪਲਾਈ ਨਹੀਂ ਹੈ। ਇਸ ਟੀਕੇ ਦੇ ਨਾਲ ਸੰਬੰਧਿਤ ਬਲੱਡ ਕਲੌਟ ਦਾ ਮਾਮਲਾ ਵੀ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਸਮੇਂ-ਸਮੇਂ ਦੇ ਉੱਪਰ ਬਣਦਾ ਰਿਹਾ ਹੈ। ਫੈਡਰਲ ਸਰਕਾਰ ਦੀ ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ ਵਿੱਚ 2.3 ਮਿਲੀਅਨ ਐਸਟ੍ਰਾਜੈਨੇਕਾ ਵੈਕਸੀਨ ਤੋਂ ਬਾਅਦ 28 ਬਲੱਡ ਕਲੌਟ ਦੇ ਮਾਮਲੇ ਸਾਹਮਣੇ ਆਏ ਹਨ। ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਵੱਲੋਂ ਕਿਹਾ ਗਿਆ ਕਿ 1 ਲੱਖ ਲੋਕਾਂ ਦੇ ਵਿੱਚੋਂ ਇੱਕ ਬਲੱਡ ਕਲੌਟ ਦਾ ਮਾਮਲਾ ਇਸ ਟੀਕੇ ਦੇ ਕਾਰਨ ਸਾਹਮਣੇ ਆਉਂਦਾ ਹੈ। ਪਿਛਲੇ ਹਫ਼ਤੇ NACI ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਐਸਟ੍ਰਾਜੈਨੇਕਾ ਅਤੇ ਜੌਨਸਨ ਟੀਕੇ ਦੇ ਮੁਕਾਬਲੇ ਕੈਨੇਡੀਅਨਸ ਦੇ ਵੱਲੋਂ ਫਾਈਜ਼ਰ ਅਤੇ ਮੋਡਰਨਾ ਟੀਕੇ ਨੂੰ ਤਵੱਜੋ ਦਿੱਤੀ ਜਾ ਰਹੀ ਹੈ। ਸਰੀ ਤੋਂ ਟੀਕੇ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਸਕੂਲ ਦਾ ਸਟਾਫ ਜ਼ਿਆਦਾਤਰ ਇਹਨਾਂ ਨੂੰ ਕੋਵਿਡ-19 ਵੈਕਸੀਨ ਲਗਾਏ ਜਾ ਚੁੱਕੇ ਨੇ, ਜਿਸ ਦੇ ਕਾਰਨ 60% ਮਾਮਲਿਆਂ ਦੇ ਵਿੱਚ ਗਿਰਾਵਟ ਵੀ ਦੇਖੀ ਜਾ ਰਹੀ ਹੈ। ਇਹ ਗਿਰਾਵਟ ਉਹਨਾਂ ਮਾਮਲਿਆਂ ਦੇ ਨਾਲ ਦੇਖੀ ਜਾ ਰਹੀ ਹੈ ਜਿਹੜੇ ਕਿ ਸਕੂਲ ਸਟਾਫ ਦੇ ਨਾਲ ਜੁੜੇ ਹੋਏ ਸਨ। ਸਰੀ ਸਕੂਲ ਡਿਸਟ੍ਰਿਕਟ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਵੈਕਸੀਨੇਸ਼ਨ ਦੇ ਨਾਲ ਮਾਮਲਿਆਂ ਅੰਦਰ ਗਿਰਾਵਟ ਦੇਖੀ ਗਈ ਹੈ। ਸਰੀ ਸਕੂਲ ਡਿਸਟ੍ਰਿਕਟ ਦਾ ਕਹਿਣਾ ਹੈ ਕਿ ਵੈਕਸੀਨ ਜਾਣੀ ਕਿ ਟੀਕੇ ਦੇ ਨਾਲ ਕੋਵਿਡ ਪੋਜ਼ਿਟਿਵ ਸਟਾਫ ਦੇ ਮਾਮਲੇ 60% ਦੇ ਨਾਲ ਘੱਟ ਹੋਏ ਹਨ। ਇਹ ਮਾਮਲਿਆਂ ਦੇ ਵਿੱਚ ਗਿਰਾਵਟ ਉਦੋਂ ਦੇਖੀ ਗਈ ਜਦੋਂ ਸਕੂਲ ਬੇਸਡ ਸਟਾਫ ਦੇ ਵਿੱਚੋਂ 90% ਨੂੰ ਕੋਵਿਡ-19 ਦੇ ਟੀਕੇ ਲਗਾਏ ਗਏ ਹਨ। ਸਰੀ ਅਤੇ ਵਾਈਟ ਰੌਕ ਦੇ ਨਾਲ ਸੰਬੰਧਿਤ ਸਕੂਲਾਂ ਦੇ ਵਿੱਚ ਜ਼ਿਆਦਾਤਰ ਸਟਾਫ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਡੋਜ਼ ਲਗਾਇਆ ਜਾ ਚੁੱਕਿਆ ਹੈ। ਸਰੀ ਬੋਰਡ ਆਫ ਐਜੂਕੇਸ਼ਨ ਦੇ ਚੇਅਰ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਇਸ ਮੌਕੇ ਦੇ ਉੱਪਰ ਸਕੂਲ ਕਮਿਊਨਿਟੀਜ਼ ਅਤੇ ਫਰੇਜ਼ਰ ਹੈਲਥ ਦਾ ਧੰਨਵਾਦ ਕੀਤਾ। ਸਰੀ ਸਕੂਲ ਡਿਸਟ੍ਰਿਕਟ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਸਰੀ ਸਕੂਲ ਡਿਸਟ੍ਰਿਕਟ ਅਤੇ ਇੰਡੀਪੈਂਡੈਂਟ ਸਕੂਲਸ ਦੇ ਵਿੱਚੋਂ 10,919 ਦੇ ਕਰੀਬ ਸਟਾਫ ਨੂੰ ਅਪ੍ਰੈਲ 4 ਦੇ ਆਖਿਰ ਤੱਕ ਕੋਵਿਡ-19 ਵੈਕਸੀਨ ਲਗਾਇਆ ਗਿਆ। ਇਸ ਦੇ ਵਿੱਚ ਜ਼ਿਆਦਾਤਰ ਗਿਣਤੀ ਸਰੀ ਸਕੂਲ ਡਿਸਟ੍ਰਿਕਟ ਸਟਾਫ ਦੀ ਰਹੀ। ਉਨ੍ਹਾਂ ਦੱਸਿਆ ਕਿ ਅਜੇ ਵੀ ਕੁਝ ਸਟਾਫ ਦੇ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਲਗਾਇਆ ਜਾਣਾ ਬਾਕੀ ਹੈ, ਪਰ ਇਹ ਗਿਣਤੀ ਕਾਫੀ ਘੱਟ ਹੈ ਜਿਨ੍ਹਾਂ ਨੂੰ ਟੀਕਾ ਲੱਗਣਾ ਅਜੇ ਬਾਕੀ ਹੈ। ਕਿਬੈਕ ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਇੱਕ ਰਿਕਾਰਡ ਬਣਾਇਆ ਗਿਆ, ਜਿੱਥੇ ਇੱਕ ਦਿਨ ਦੇ ਵਿੱਚ ਹੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਕੋਵਿਡ-19 ਵੈਕਸੀਨ ਦੇ ਟੀਕੇ ਲਗਾਏ ਗਏ। ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਦਿਨ ਦੇ ਵਿੱਚ 1 ਲੱਖ ਤੋਂ ਵੱਧ ਕਿਬੈਕ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦਾ ਸ਼ਾਟ ਲਗਾਇਆ ਗਿਆ। ਕਿਬੈਕ ਵੱਲੋਂ ਇੱਕ ਨਵਾਂ ਰਿਕਾਰਡ ਬਣਾਇਆ ਗਿਆ, ਜਿੱਥੇ ਇੱਕੋ ਦਿਨ ਦੇ ਵਿੱਚ 1,10,000 ਕੋਵਿਡ-19 ਵੈਕਸੀਨ ਸ਼ਾਟ ਲਗਾਏ ਗਏ। ਇਸ ਦੀ ਜਾਣਕਾਰੀ ਸਿਹਤ ਮੰਤਰੀ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਇਸ ਨੂੰ ਯੂਥ ਵੀਕ ਦੇ ਤੌਰ ਦੇ ਉੱਪਰ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਯੂਥ ਵੀਕ ਸਫਲਤਾਪੂਰਵਕ ਰਿਹਾ। ਕਿਬੈਕ ਦੇ ਵਿੱਚ 50% ਜਿਨ੍ਹਾਂ ਦੀ ਉਮਰ 25 ਸਾਲ ਤੋਂ 29 ਸਾਲ ਦੇ ਵਿਚਕਾਰ ਹੈ, ਉਹਨਾਂ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਡੋਜ਼ ਲਗਾਇਆ ਗਿਆ। ਇਸੇ ਦੇ ਵਿੱਚ ਉਹ ਗਿਣਤੀ ਵੀ ਸ਼ਾਮਿਲ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਵਾਸਤੇ ਆਪਣੀ ਅਪਾਇੰਟਮੈਂਟ ਬੁੱਕ ਕਰਵਾਈ ਗਈ ਹੈ। ਇਸ ਸਮੇਂ ਪ੍ਰੋਵਿੰਸ ਦੇ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਕੋਵਿਡ-19 ਵੈਕਸੀਨ ਦੇ ਲਈ ਆਪਣੀ ਅਪਾਇੰਟਮੈਂਟ ਲੈ ਸਕਦੇ ਹਨ। ਸਿਹਤ ਮੰਤਰੀ ਵੱਲੋਂ ਇਸ ਉਮਰ ਦੇ ਨਾਲ ਸੰਬੰਧਿਤ ਕਿਊਬੈਕ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟੀਕੇ ਦੇ ਵਾਸਤੇ ਰਜਿਸਟਰ ਕਰਵਾਉਣ। ਹੁਣ ਤੱਕ ਕਿਊਬੈਕ ਵੱਲੋਂ 4 ਮਿਲੀਅਨ ਤੋਂ ਵੱਧ ਕੋਵਿਡ-19 ਵੈਕਸੀਨ ਲਗਾਏ ਜਾ ਚੁੱਕੇ ਹਨ। ਇਸ ਦੇ ਵਿੱਚ ਜ਼ਿਆਦਾਤਰ ਗਿਣਤੀ ਕੋਵਿਡ-19 ਵੈਕਸੀਨ ਦੇ ਪਹਿਲੇ ਸ਼ਾਟਸ ਦੀ ਹੈ। ਪ੍ਰੋਵਿੰਸ ਵੱਲੋਂ ਇਸ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਕਿ ਪ੍ਰਾਈਵੇਟ ਸੀਨੀਅਰਸ ਨੂੰ ਕੋਵਿਡ-19 ਵੈਕਸੀਨ ਦਾ ਬੂਸਟਰ ਸ਼ਾਟ ਦਿੱਤਾ ਜਾਵੇ। ਜਾਣਕਾਰੀ ਦੇ ਲਈ ਦੱਸ ਦਈਏ ਕਿ ਸੂਬੇ ਦੇ ਵਿੱਚ ਐਸਟ੍ਰਾਜੈਨੇਕਾ ਟੀਕੇ ਨੂੰ ਨਹੀਂ ਲਗਾਇਆ ਜਾ ਰਿਹਾ। ਇਸ ਦੇ ਨਾਲ ਸੰਬੰਧਿਤ 2 ਕਾਰਨ ਸਾਹਮਣੇ ਆਏ, ਇੱਕ ਜੋ ਬਲੱਡ ਕਲੌਟ ਦਾ ਮਾਮਲਾ ਜੁੜਿਆ ਹੋਇਆ ਹੈ ਤੇ ਦੂਸਰਾ ਐਸਟ੍ਰਾਜੈਨੇਕਾ ਵੈਕਸੀਨ ਦੀ ਸਪਲਾਈ। ਸੂਬੇ ਦੇ ਵਿੱਚ ਸਰਕਾਰ ਵੱਲੋਂ ਟੀਚਾ ਤੈਅ ਕੀਤਾ ਗਿਆ ਹੈ ਕਿ ਜੂਨ 24 ਤੱਕ ਸਾਰੇ ਅਡਲਟਸ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਡੋਜ਼ ਦਿੱਤਾ ਜਾਵੇਗਾ ਜੋ ਕਿ ਕੋਵਿਡ-19 ਦਾ ਟੀਕਾ ਲਗਵਾਉਣਾ ਚਾਹੁੰਦੇ ਹਨ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਸੀ। ਕੈਨੇਡਾ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਸੀ। ਵਾਧੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਉਡਾਨਾਂ ਦੇ ਉੱਪਰ ਬੈਨ ਲਗਾਇਆ ਸੀ। ਏਅਰ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਇਹ ਰੋਕ ਜਿਹੜੀ ਹੈ ਜਾਣੀ ਕਿ ਬੈਨ ਜੂਨ 22 ਤੱਕ ਜਾਰੀ ਰਹੇਗਾ।
ਨਾਲ ਹੀ ਇੱਕ ਜਾਣਕਾਰੀ ਹੈਲਥ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਜਦੋਂ ਤੋਂ ਭਾਰਤ ਦੇ ਨਾਲ ਉਡਾਨਾਂ ਦੇ ਉੱਪਰ ਰੋਕ ਲਗਾਈ ਹੈ, ਕੈਨੇਡਾ ਦੇ ਵਿੱਚ ਉਡਾਨਾਂ ਰਾਹੀਂ ਆਉਣ ਵਾਲੇ ਕਰੋਨਾ ਮਾਮਲਿਆਂ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਏਅਰ ਕੈਨੇਡਾ ਵੱਲੋਂ ਭਾਰਤ ਦੇ ਨਾਲ ਜੂਨ 22 ਤੱਕ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਇਸ ਦੀ ਜਾਣਕਾਰੀ ਏਅਰ ਕੈਨੇਡਾ ਸਪੋਕਸਪਰਸਨ ਵੱਲੋਂ ਸਾਂਝੀ ਕੀਤੀ ਗਈ ਹੈ। ਜਾਣਕਾਰੀ ਦੇ ਲਈ ਦੱਸ ਦਈਏ ਕਿ ਸਭ ਤੋਂ ਪਹਿਲਾਂ ਫੈਡਰਲ ਸਰਕਾਰ ਵੱਲੋਂ ਅਪ੍ਰੈਲ 22 ਨੂੰ ਭਾਰਤ ਅਤੇ ਪਾਕਿਸਤਾਨ ਦੇ ਨਾਲ ਉਡਾਨਾਂ ਨੂੰ ਬੈਨ ਕਰ ਦਿੱਤਾ ਗਿਆ ਸੀ, ਜੋ ਕਿ 30 ਦਿਨਾਂ ਦੇ ਵਾਸਤੇ ਬੰਦ ਕੀਤੀਆਂ ਗਈਆਂ ਸਨ। ਇਨ੍ਹਾਂ ਉਡਾਨਾਂ ਦੇ ਬੰਦ ਕੀਤੇ ਜਾਣ ਤੋਂ ਬਾਅਦ ਇੱਕ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪਤਾ ਚੱਲਿਆ ਕਿ ਭਾਰਤ ਅਤੇ ਪਾਕਿਸਤਾਨ ਤੋਂ ਆਉਂਦੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਤੋਂ ਬਾਅਦ ਕੈਨੇਡਾ ਪਹੁੰਚ ਰਹੀਆਂ ਉਡਾਨਾਂ ਦੇ ਵਿੱਚ ਕੋਵਿਡ-19 ਮਾਮਲੇ ਘੱਟ ਸਾਹਮਣੇ ਆਏ ਹਨ, ਜਾਣੀ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਹੈਲਥ ਕੈਨੇਡਾ ਵੱਲੋਂ ਜੋ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਉਸ ਦੇ ਮੁਤਾਬਕ 10 ਤੋਂ 23 ਅਪ੍ਰੈਲ ਦੇ ਵਿਚਕਾਰ 135 ਅੰਤਰਰਾਸ਼ਟਰੀ ਉਡਾਨਾਂ ਦੇ ਉੱਪਰ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਸਨ। ਇਸ ਦੇ ਵਿੱਚ 36 ਫਲਾਈਟਸ ਭਾਰਤ ਤੋਂ ਸਿੱਧੀਆਂ ਪਹੁੰਚੀਆਂ ਸਨ ਅਤੇ 2 ਫਲਾਈਟਸ ਪਾਕਿਸਤਾਨ ਤੋਂ ਸਿੱਧੀਆਂ ਆਈਆਂ ਸਨ। 24 ਅਪ੍ਰੈਲ ਤੋਂ 7 ਮਈ ਵਿਚਕਾਰ ਕੋਵਿਡ-19 ਦੇ ਮਾਮਲਿਆਂ ਵਾਲੀਆਂ ਫਲਾਈਟਸ ਦੀ ਗਿਣਤੀ 56 ਦੱਸੀ ਗਈ। ਇਸ ਦੇ ਵਿੱਚ ਉਹ ਉਡਾਨਾਂ ਸ਼ਾਮਲ ਸਨ ਜੋ ਅਮਰੀਕਾ ਅਤੇ 8 ਫਲਾਈਟਸ ਯੂਰਪ ਤੋਂ ਕੈਨੇਡਾ ਪਹੁੰਚੀਆਂ ਸਨ। ਜ਼ਿਕਰਯੋਗ ਹੈ ਕਿ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਫੈਡਰਲ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਉਡਾਨਾਂ ਦੇ ਉੱਪਰ, ਜਾਣੀ ਕਿ ਭਾਰਤ ਅਤੇ ਪਾਕਿਸਤਾਨ ਤੋਂ ਉਡਾਨਾਂ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਇਸ ਦੇ ਨਾਲ ਸੰਬੰਧਿਤ ਏਅਰ ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਐਲਾਨ ਕੀਤਾ ਗਿਆ, ਜਿੱਥੇ ਹੁਣ ਜੂਨ 22 ਤੱਕ ਇਸ ਨੂੰ ਵਧਾ ਦਿੱਤਾ ਗਿਆ ਹੈ। ਭਾਰਤ ਦੇ ਵਿੱਚ ਕਰੋਨਾ ਵਾਇਰਸ ਦਾ ਜੋ ਨਵਾਂ ਰੂਪ ਪਾਇਆ ਗਿਆ, ਉਹ ਕੈਨੇਡਾ ਦੇ ਵਾਸਤੇ ਚਿੰਤਾ ਦਾ ਵਿਸ਼ਾ ਬਣ ਗਿਆ, ਕਿਉਂਕਿ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਓਨਟਾਰੀਓ ਅਤੇ ਕਿਊਬੈਕ ਤੋਂ ਭਾਰਤ ਦੇ ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ ਸਨ। ਸਟੈਟਿਸਟਿਕਸ ਕੈਨੇਡਾ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਮਾਰਚ ਮਹੀਨੇ ਮੈਨੂਫੈਕਚਰਿੰਗ ਸੇਲ ਦੇ ਵਿੱਚ ਵਾਧਾ ਹੋ ਗਿਆ। 57.8 ਬਿਲੀਅਨ ਡਾਲਰ ਦਾ ਵਾਧਾ ਦਰਜ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਵੱਲੋਂ ਵੱਖ-ਵੱਖ ਸੇਲ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਾਰਚ ਮਹੀਨਾ ਇਸ ਸਭ ਦੇ ਲਈ ਖਾਸ ਰਿਹਾ ਹੈ। ਮਾਰਚ ਮਹੀਨੇ ਕੈਨੇਡੀਅਨ ਮੈਨੂਫੈਕਚਰਿੰਗ ਸੇਲ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਕੈਨੇਡੀਅਨ ਹੋਲਸੇਲ ਅਤੇ ਮੈਨੂਫੈਕਚਰਿੰਗ ਸੇਲ ਦੋਨਾਂ ਵੱਲੋਂ ਹੀ ਮਾਰਚ ਮਹੀਨੇ ਉਚਾਈਆਂ ਛੂਹੀਆਂ ਗਈਆਂ ਹਨ। ਇਸ ਦੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਜੂਨ 2019 ਤੋਂ ਬਾਅਦ ਮਾਰਚ ਮਹੀਨੇ ਮੈਨੂਫੈਕਚਰਿੰਗ ਸੇਲ ਕਾਫੀ ਵੱਧ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਇਸ ਦੇ ਵਿੱਚ 3.5% ਜਾਣੀ ਕਿ 57.8 ਬਿਲੀਅਨ ਡਾਲਰ ਦਾ ਵਾਧਾ ਹੋਇਆ। ਜਾਣਕਾਰੀ ਦੇ ਮੁਤਾਬਕ ਮੋਟਰ ਵਹੀਕਲ ਸੇਲ ਦੇ ਵਿੱਚ 10.5% ਦਾ ਵਾਧਾ ਹੋਇਆ। ਮੋਟਰ ਵਹੀਕਲ ਪਾਰਟਸ ਦੇ ਵਿੱਚ ਵੀ 7.7% ਦਾ ਵਾਧਾ ਰਿਕਾਰਡ ਕੀਤਾ ਗਿਆ। ਪੈਟਰੋਲੀਅਮ ਅਤੇ ਕੋਲ ਪ੍ਰੋਡਕਟ ਇੰਡਸਟਰੀ 6.2% ਦੇ ਨਾਲ ਵੱਧ ਰਹੀ, ਜਦਕਿ ਫੂਡ ਮੈਨੂਫੈਕਚਰਿੰਗ ਸੇਲ 2.7% ਦੇ ਨਾਲ ਮਾਰਚ ਮਹੀਨੇ ਇਨਕਰੀਜ਼ ਜਾਣੀ ਕਿ ਵੱਧ ਹੋਈ ਹੈ। ਇਸ ਵਾਧੇ ਨੂੰ ਇੱਕ ਚੰਗੇ ਸੰਕੇਤ ਦੇ ਤੌਰ ਦੇ ਉੱਪਰ ਦੇਖਿਆ ਜਾ ਰਿਹਾ ਹੈ। ਕੈਨੇਡੀਅਨ ਹੋਲਸੇਲ ਦੇ ਵਿੱਚ 2.8% ਜਾਣੀ ਕਿ 70.9 ਬਿਲੀਅਨ ਡਾਲਰ ਦਾ ਵਾਧਾ ਮਾਰਚ ਮਹੀਨੇ ਦਰਜ ਕੀਤਾ ਗਿਆ। ਸੇਲਸ ਆਫ ਬਿਲਡਿੰਗ ਮਟੀਰੀਅਲਸ ਐਂਡ ਸਪਲਾਈ 11.3% ਦੇ ਨਾਲ ਵੱਧ ਰਹੀ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਮੁਤਾਬਕ ਹੋਲਸੇਲ ਸੇਲ ਦੇ ਵਿੱਚ ਵੀ 1.9% ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਇਹਨਾਂ ਸੂਬਿਆਂ ਦੇ ਕਰੋਨਾ ਵਾਇਰਸ ਦੇ ਹਾਲਾਤਾਂ ਦੇ ਨਾਲ ਤੁਹਾਨੂੰ ਇਸ ਖਬਰ ਦੇ ਰਾਹੀਂ ਜਾਣੂ ਕਰਵਾਵਾਂਗੇ। ਨਾਲ ਹੀ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਕਰੋਨਾ ਵਾਇਰਸ ਦੇ ਹਾਲਾਤ ਨੇ, ਜਾਣੀ ਕਿ ਕੀ ਹੈ ਕੇਸਿਸ ਓਵਰਵਿਊ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 2000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ, ਜਾਣੀ ਕਿ ਬੀਤੇ 24 ਘੰਟਿਆਂ ਦੇ ਦੌਰਾਨ ਇੱਥੇ 2309 ਕਰੋਨਾ ਦੇ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 26 ਜਾਣਿਆਂ ਦੀ ਜਾਨ ਵੀ ਇਸ ਵਾਇਰਸ ਦੇ ਕਾਰਨ ਚਲੀ ਗਈ। ਸੂਬੇ ਦੇ ਵਿੱਚ ਹੁਣ ਤੱਕ 5,04,533 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। ਟੋਰਾਂਟੋ ਤੋਂ 691, ਪੀਲ ਰੀਜਨ ਤੋਂ 563, ਯਾਰਕ ਰੀਜਨ ਤੋਂ 224, ਦੁਰਹਮ ਰੀਜਨ ਤੋਂ 148, ਹੈਮਿਲਟਨ ਤੋਂ 112 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 8,431 ਮੌਤਾਂ ਹੋ ਚੁੱਕੀਆਂ ਹਨ। ਇਸ ਸਮੇਂ ਓਨਟਾਰੀਓ ਦੇ ਵਿੱਚ 28,000
69 ਦੇ ਕਰੀਬ ਐਕਟਿਵ ਮਾਮਲੇ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1582 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 777 ਇੰਟੈਂਸਿਵ ਕੇਅਰ ਅਧੀਨ ਹਨ ਅਤੇ 560 ICU ਦੇ ਵਿੱਚ ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਤੋਂ 838 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 8 ਮੌਤਾਂ ਵੀ ਦਰਜ ਕੀਤੀਆਂ ਗਈਆਂ। ਹੁਣ ਤੱਕ 3,61,820 ਦੇ ਕਰੀਬ ਕਨਫਰਮਡ ਕੇਸਿਸ ਹਨ। ਨਾਲ ਹੀ 11,025 ਲੋਕਾਂ ਦੀ ਕਿਊਬੈਕ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਜਾਨ ਜਾ ਚੁੱਕੀ ਹੈ। ਹਸਪਤਾਲ ਦੇ ਵਿੱਚ 530 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 123 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 491 ਮਾਮਲੇ ਸਾਹਮਣੇ ਆਏ। ਮੈਨੀਟੋਬਾ ਦੇ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰ ਕਿਸੇ ਦੇ ਵਾਸਤੇ ਵੈਕਸੀਨ ਐਲੀਜੀਬਿਲਟੀ ਖੋਲ੍ਹ ਦਿੱਤੀ ਗਈ ਹੈ, ਜਿਸ ਤੋਂ ਬਾਅਦ ਬੁਕਿੰਗਸ ਵੱਲੋਂ ਇੱਕ ਰਿਕਾਰਡ ਸਥਾਪਿਤ ਕੀਤਾ ਗਿਆ। ਪਹਿਲੇ ਹੀ ਦਿਨ ਮੈਨੀਟੋਬਾ ਦੇ ਵਿੱਚ ਵੱਡੀ ਗਿਣਤੀ ਅੰਦਰ ਕੋਵਿਡ-19 ਵੈਕਸੀਨ ਦੇ ਵਾਸਤੇ ਬੁਕਿੰਗ ਕਰਵਾਈ ਗਈ। ਕੈਨੇਡਾ ਦੇ ਵਿੱਚ ਹੁਣ ਤੱਕ 13.2 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। 24,862 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਇਸ ਦੇ ਨਾਲ ਹੀ 12.2 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲੇ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬਰਨੇਵੀ ਦੇ ਵਿੱਚ ਕਤਲ ਕੀਤੇ ਨੌਜਵਾਨ ਦੀ ਹੋਈ ਪਹਿਚਾਣ। ਕਤਲ ਹੋਣ ਵਾਲਾ ਨੌਜਵਾਨ ਨਿਕਲਿਆ ਪੰਜਾਬੀ। ਗਰਮੀਆਂ ਦੇ ਵਿੱਚ ਲੋਕ ਕਰ ਸਕਣਗੇ ਇਕੱਠ, ਜਲਦ ਹੀ ਦਿੱਤੀ ਜਾਵੇਗੀ ਪਾਬੰਦੀਆਂ ਦੇ ਵਿੱਚ ਢਿੱਲ। ਐਲਬਰਟਾ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ। ਇੱਕ ਪੰਜਾਬੀ ਵੀ ਹੋਇਆ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ। BC ਤੋਂ ਸਾਹਮਣੇ ਆਇਆ ਇੱਕ ਹੋਰ ਬਲੱਡ ਕਲੌਟ ਦਾ ਮਾਮਲਾ। 40 ਸਾਲ ਦੇ ਵਿਅਕਤੀ ਦੇ ਬਣੇ ਬਲੱਡ ਕਲੌਟ। BC ਨੇ ਭਾਰਤ ਦੇ ਲਈ ਵੱਡੀ ਮਦਦ ਦਾ ਕੀਤਾ ਐਲਾਨ। $5 ਲੱਖ ਦਾਨ ਦੇਣ ਦਾ ਕੀਤਾ ਐਲਾਨ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ। ਧੰਨਵਾਦ।